ਪੋਲੀਓ ਮਹਾਮਾਰੀ ਨੇ ਉਹਦੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਹੈਂਡੀਕੈਪਟ ਬਣਾ ਦਿੱਤਾ। और तुहानूं दसांगे भी अगर कोई पोलियो ना प्रभावित हो गया पर दिल ना छड्डे, अपना मनोबल कायम रखे तो उस मनोबल नाल ही उन्होंने अगे जाना, अपनी जिंदगी गुजारनी है। गल करते हैं पोलियो ना प्रभावित मैडम ने तो किस तरह तुहानूं मैनूं लग रहा तुहाडी तुसीं ये जिहड़ी स्टिक्स दो है तुसीं हैंडीकैप्ट हो कि किस तरह तुहाडे दोनों लैग्स की की स्टोरी है, क्यों तुसीं हैंडीकैप्ट होए कि बर्थ तो ही हैंडीकैप्ट हो? सर शरीर वालों तो तुसी मेरे दो पैर देख के हैंडीकैप कर सकते हो, पर जिहड़ी रब ने मैनू शक्ति दी है और जिहड़ी शक्ति नाल मैं चल रही हाँ, मैं नहीं समझती मैं हैंडीकैप, नैवर। ये मेरिया छड़ियाँ नहीं, मेरी ताकत है। मैं
ਮਨ ਤੋਂ ਹੀ ਤੈਅ ਕਰ ਲਿਆ ਕਿ ਮੈਂ ਇਹਨਾਂ ਛੜੀਆਂ ਦੇ ਨਾਲ ਆਪਣੀ ਜ਼ਿੰਦਗੀ ਨੂੰ ਹੱਸਦੇ ਮੁਸਕਰਾਉਂਦੇ ਚੱਲਾਂਗੀ ਲਾਈਫ ਵਿੱਚ। ਔਰ ਮੈਨੂੰ ਨਹੀਂ ਹੋਸ਼, ਮੈਂ ਆਪਣੀ ਹੋਸ਼ ਵਿੱਚ ਕਦੀ ਮੈਂ ਖੜੇ ਹੋਏ ਨਹੀਂ ਦੇਖਿਆ। ਜ਼ਿੰਦਗੀ ਇੱਕ ਸੰਘਰਸ਼ ਹੈ ਤੇ ਸੰਘਰਸ਼ ਨੂੰ ਹਮੇਸ਼ਾ ਮੁਸਕਰਾ ਕੇ ਲੈਣਾ ਚਾਹੀਦਾ ਹੈ। ਤੇ ਜਿਹੜਾ ਸੰਘਰਸ਼ ਕਹਿ ਰਹੇ ਜ਼ਿੰਦਗੀ ਦਾ, ਇਹ ਤੁਹਾਨੂੰ ਕਿੱਦਾਂ ਮਿਲਿਆ, ਕਿਉਂ ਤੁਹਾਡੇ ਜੀਵਨ 'ਚ ਆਇਆ? ਕਿਉਂਕਿ ਜਦੋਂ ਤੁਸੀਂ ਬਾਈ ਬਰਥ ਹੋਏ ਸੀ, ਤੁਸੀਂ ਮੈਨੂੰ ਲੱਗਦਾ ਤੁਸੀਂ ਬਾਈ ਬਰਥ ਇਦਾਂ ਨਹੀਂ ਸੀਗੇ, ਕਿਉਂਕਿ ਮੈਨੂੰ ਪਤਾ ਲੱਗਿਆ ਵੀ ਤੁਸੀਂ ਪੋਲੀਓ ਦੇ ਜਿਹੜੇ ਹੈ सर मैं छोटी जी सी, नीचे पैर लगने एकदम से बंद हो गए। मेरी मम्मी ਨੂੰ चिंता लगी भी की हो रहा। डॉक्टर्स ਨੂੰ ਦਿਖਾਇਆ ਤੇ ਉਹਨਾਂ ਨੇ ਕਿਹਾ ਵੀ ਹੁਣ ਇਹਦਾ ਪੈਰ ਨਹੀਂ ਕੰਮ ਕਰ ਰਿਹਾ, ਦੋਨੋਂ ਪੈਰ। ਬਟ ਇਲਾਜ ਦੇ ਨਾਲ ਮੇਰਾ ਇੱਕ ਪੈਰ ਤੇ ਬੈਕ ਠੀਕ ਹੋ ਗਈ। ਇੱਕ ਪੈਰ ਦੇ ਵਿੱਚ ਮੇਰੀ ਰਾਈਟ ਲੈਗ ਵਿੱਚ ਪੋਲੀਓ ਰਹਿ ਗਿਆ। ਬਟ ਪੋਲੀਓ ਕੀ ਹੈ ਮੈਨੂੰ ਨਹੀਂ ਲੱਗਦਾ। ਮੈਂ ਆਪਣੇ ਆਪ ਨੂੰ ਕਹਿੰਦੀ ਹਾਂ ਵੀ ਮੈਂ ਸਸ਼ਕਤ ਹਾਂ, ਸਮਰਥ ਹਾਂ। ਆਈ ਐਮ ਐਨ ਐਡਵੋਕੇਟ ਡਿਸਟ੍ਰਿਕਟ ਕੋਰਟ ਔਰ ਮੈਂ ਅੱਛੀ ਪ੍ਰੈਕਟਿਸ ਕਰ ਰਹੀ ਹਾਂ। ਕਲਾਇੰਟਸ ਨੂੰ ਅੱਛੇ ਰਿਜ਼ਲਟਸ ਮਿਲ ਰਹੇ ਹੈ ਔਰ ਉਹ ਮੇਰੇ ਕੋਲ ਕੇਸ ਲੈ ਕੇ ਆ ਰਹੇ ਹੈ। ਤੁਸੀਂ ਬਹੁਤ ਅੱਛੀ ਗੱਲ ਕੀਤੀ ਵੀ ਮੈਂ ਕਿਸੇ ਤੇ ਡਿਪੈਂਡੈਂਟ ਨਹੀਂ ਹੈ, ਤੇ ਤੁਸੀਂ ਇਸ ਮੁਕਾਮ ਤੱਕ ਕਿੱਦਾਂ ਪਹੁੰਚੇ? ਬਹੁਤ ਮੈਂ ਦੇਖਿਆ ਤੁਸੀਂ ਜੋ ਚੱਲ ਵੀ ਰਹੇ, ਬੜਾ ਦੁਖਦਾਈ ਹੁੰਦਾ, ਦੂਰ ਤੱਕ ਤੁਸੀਂ ਚੱਲ ਵੀ ਨਹੀਂ ਸਕਦੇ। ਕਿੰਨੇ ਕਦਮ ਤੁਸੀਂ ਚੱਲ ਸਕਦੇ ਹੋ ਹੁਣ ਅੱਜ ਦੀ ਡੇਟ ਦੇ ਵਿੱਚ? ਸਰ ਇਹ ਤੁਹਾਨੂੰ ਲੱਗਾ ਕਿ ਮੈਨੂੰ ਚਲਦੇ ਦੇਖ ਕੇ ਕਿ ਦੁਖਦਾਈ ਹੈ, ਬਟ ਮੈਨੂੰ ਨਹੀਂ ਲੱਗਦਾ। ਅੱਜ ਦੀ ਹਾਂਜੀ ਅੱਜ ਦੀ ਡੇਟ ਵਿੱਚ ਮੈਂ ਇਹ ਪੂਰਾ ਗਾਰਡਨ ਰਾਊਂਡ ਲਗਾ ਸਕਦੀ ਹਾਂ। ਬਿਲਕੁਲ ਤੁਹਾਡੀ ਹਿੰਮਤ ਆ। ਮੈਂ ਵੈਸੇ ਪੁੱਛਣਾ ਚਾਹੁੰਦਾ ਵੀ ਜਦੋਂ ਤੁਸੀਂ ਚੱਲਦੇ ਹੋ ਕਿੰਨੀ ਕੁ ਦੇਰ ਬਾਅਦ ਤੁਹਾਨੂੰ ਪ੍ਰੋਬਲਮ ਆ ਜਾਂਦੀ ਹੈ? ਮੈਂ ਤੁਹਾਡੀ ਪ੍ਰੋਬਲਮ ਨੂੰ ਮੈਂ ਤੁਹਾਡੀ ਗੱਲ ਦੀ ਤੁਹਾਡੇ ਭਾਵ ਨੂੰ ਸਮਝਿਆ ਹੋਇਆ ਕੀ ਕਹਿਣਾ ਚਾਹੁੰਦੇ ਹੋ। ਜਦੋਂ ਮੈਂ ਕੋਰਟ ਵਿੱਚ ਗਈ ਸੀ, ਕੋਰਟ ਜਾਣ ਤੋਂ ਪਹਿਲੇ ਕਾਲਜ ਫॉर ਗਵਰਨਮੈਂਟ ਕਾਲਜ ਫॉर ਵੂਮਨ ਵਿੱਚੋਂ ਸਟੱਡੀ ਕਿੱਦਾਂ ਹੋਈ? ਗਵਰਨਮੈਂਟ ਕਾਲਜ ਫॉर ਵੂਮਨ ਤੋਂ ਮੈਂ BA ਕੀਤੀ ਹੈ। ਉਦੋਂ ਤਾਂ ਮਤਲਬ ਸਰੀਰ ਵੀ ਪਤਲਾ ਸੀ ਔਰ ਮੇਰੀਆਂ ਫਰੈਂਡਸ ਬਹੁਤ ਅੱਛੀਆਂ ਸੀ, ਪਤਾ ਹੀ ਨਹੀਂ ਲੱਗਦਾ ਸੀ। ਨੈਣਾ ਦੇਵੀ ਦੀ ਚੜ੍ਹਾਈ ਮੈਂ ਪੂਰੀ ਆਪਣੇ ਪੈਰਾਂ ਨਾਲ ਐਸੇ ਤਰ੍ਹਾਂ ਚੜ੍ਹੀ ਹੈ। ਵੈਰੀ ਗੁੱਡ, ਵੈਰੀ ਗੁੱਡ। ਔਰ ਅੰਮ੍ਰਿਤਸਰ ਦਰਬਾਰ ਸਾਹਿਬ ਦੀ ਪਰਿਕਰਮਾ ਵੀ ਰੱਬ ਦੀ ਸ਼ਕਤੀ ਨਾਲ ਮੈਂ ਆਪਣੇ ਪੈਰਾਂ ਨਾਲ ਕੀਤੀ ਹੈ। ਉਹ ਗੱਲ ਵੱਖਰੀ ਹੈ, ਹੁਣ ਕਰ ਸਕਦੀ ਹਾਂ ਕਿ ਨਹੀਂ ਇਹ ਰੱਬ ਜਾਣਦਾ, ਲੇਕਿਨ ਇੱਕ ਟਾਈਮ 'ਚ ਕੀਤੀ ਹੈ। ਔਰ ਤਰਨ ਤਾਰਨ ਸਾਹਿਬ ਗੁਰਦੁਆਰਾ ਬਹੁਤ ਵੱਡਾ ਵਾ, ਉੱਥੇ ਦੀ ਵੀ ਪਰਿਕਰਮਾ ਸਤਿਗੁਰੂ ਨੇ ਅਪਾਰ ਸ਼ਕਤੀ ਨਾਲ ਬਖਸ਼ੀ ਸੀ। ਫਿਰ ਧੀਰੇ ਧੀਰੇ ਮੈਂ ਬੁਟੀਕ 'ਚ ਕੰਮ ਕਰਨ ਲੱਗੀ। ਲੋਕ ਕਹਿੰਦੇ ਆ ਕਿ ਦਿਵਿਆਂਗ ਨੂੰ ਅੱਗੇ ਮਤਲਬ ਘਰ ਦੇ ਵਿੱਚ ਕੰਮ ਖੋਲ ਕੇ ਦੇਣਾ ਚਾਹੀਦਾ। ਮੈਂ ਕਹਿੰਦੀ ਹਾਂ ਨਹੀਂ, ਉਹਨੂੰ ਆਫਿਸ ਲੈਵਲ ਦਾ ਬਣਾਉਣਾ ਚਾਹੀਦਾ ਹੈ। ਕਿਉਂਕਿ ਕੋਰਟਸ ਵਿੱਚ ਜਦੋਂ ਮੈਂ ਗਈ ਤਾਂ ਮੈਨੂੰ ਚੱਲਣ ਵਿੱਚ ਪ੍ਰੋਬਲਮ ਆਈ, ਇੱਕ ਬਹੁਤ ਵੱਡਾ ਸੱਚ ਹੈ। ਪਰ ਧੀਰੇ ਧੀਰੇ ਮੈਂ ਆਪਣੇ ਸਰੀਰ ਨੂੰ, ਆਪਣੀ ਪਰੇਸ਼ਾਨੀਆਂ ਨੂੰ ਉਵੇਂ ਢਾਲਿਆ ਜਿਵੇਂ ਹਾਲਾਤ ਬਣਦੇ ਗਏ। ਅੱਜ ਮੈਂ ਕੋਰਟਸ ਵਿੱਚ ਆਰਾਮ ਨਾਲ ਚੱਲ ਰਹੀ ਹੁੰਦੀ ਹਾਂ ਔਰ ਪਿੱਠੂ ਬੈਗ ਦੇ ਵਿੱਚ ਆਪਣੀਆਂ ਫਾਈਲਸ ਪਾਉਂਦੀ ਹਾਂ ਔਰ ਜੱਜ ਸਾਹਿਬ ਦੇ ਕੋਲ ਜਾ ਕੇ ਪ੍ਰੈਜੈਂਟੇਸ਼ਨ ਦਿੰਦੀ ਹਾਂ। ਇੱਕ ਗੱਲ ਦੱਸਣ ਵਾਲੀ ਇੱਥੇ ਇਹ ਵੀ ਹੈ ਕਿ ਵਕਾਲਤ ਦਿਮਾਗ ਤੇ ਕਲਮ ਨਾਲ ਹੁੰਦੀ ਹੈ, ਪੈਰਾਂ ਨਾਲ ਨਹੀਂ ਹੁੰਦੀ। ਇਹ ਬਹੁਤ ਵੱਡੀ ਗਲਤ ਸੋਚ ਹੈ ਕਿ ਵਿਕਲਾਂਗ ਵਿਅਕਤੀ ਵਕਾਲਤ ਨਹੀਂ ਕਰ ਸਕਦਾ। ਤੁਹਾਨੂੰ ਉੱਥੇ ਕੋਰਟ ਦੇ ਵਿੱਚ ਕਿਹਾ ਗਿਆ ਤੁਸੀਂ ਵਕਾਲਤ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਦਿਵਿਆਂਗ ਹੋ, ਤੁਸੀਂ ਚੱਲ ਨਹੀਂ ਸਕਦੇ? ਤੁਹਾਡੇ ਫਿਰ ਮਨ 'ਚ ਕਿਉਂ ਇਹ ਆਈ ਧਾਰਨਾ ਕਿੱਦਾਂ ਆਈ ਵੀ ਮੈਨੂੰ ਇਹ ਉਹਨਾਂ ਨੇ ਰਿਜੈਕਟ ਕਰ ਦਿੱਤਾ ਸੀ? ਮੈਂ ਉਹਨਾਂ ਨੂੰ ਪ੍ਰੂਫ ਕਰਕੇ ਦੱਸਿਆ। ਕਿਹਾ ਨਹੀਂ ਗਿਆ, ਪਰ ਸਾਡੀ ਇੱਕ ਜਿੰਨੇ ਡਿਸੇਬਲ ਜਾਂ ਦਿਵਿਆਂਗਸ ਹੈ ਤੇ ਉਹਨਾਂ ਦੀ ਇੱਕ ਸਿਕਸ ਸੈਂਸ ਕੰਮ ਕਰਦੀ ਹੈ। ਉਹ ਦੇਖ ਕੇ ਅਨੁਭਵ ਕਰ ਲੈਂਦੇ ਹੈ ਕਿ ਸਾਹਮਣੇ ਵਾਲੇ ਦੀਆਂ ਅੱਖਾਂ ਤੇ ਸਾਹਮਣੇ ਵਾਲੇ ਦਾ ਚਿਹਰਾ ਕੀ ਕਹਿ ਰਿਹਾ। ਮੈਨੂੰ ਪ੍ਰੈਕਟਿਸ ਦੇ ਵਿੱਚ ਉਹ ਨਹੀਂ ਮਿਲੀ ਰਿਸਪੈਕਟ ਜਾਂ ਰਿਗਾਰਡ ਕਹਿ ਸਕਦੇ ਹੋ, ਜੋ ਹੋਰ ਐਡਵੋਕੇਟਸ ਜਾਂ ਜੋ ਮੇਰੇ ਨਾਲ ਹੋਰ ਪੜ੍ਹੇ ਸੀ, ਐਸੋਸੀਏਟ ਸੀ, ਉਹਨਾਂ ਨੂੰ ਮਿਲ ਰਹੀ ਸੀ। ਤਾਂ ਮੈਂ ਸਮਝ ਸਕਦੀ ਹਾਂ ਕਿ ਉਹ ਮੇਰੇ ਪੈਰ ਅੱਗੇ ਆ ਰਹੇ ਸੀ। ਹੁਣ ਤੁਸੀਂ ਇਸ ਵੇਲੇ ਐਜ਼ ਦੀ ਡੇਟ 'ਚ ਐਜ਼ ਏ ਐਡਵੋਕੇਟ ਲੁਧਿਆਣਾ ਕੋਰਟ ਦੇ ਵਿੱਚ ਪ੍ਰੈਕਟਿਸ ਕਰ ਰਹੇ ਹੋ? ਹਾਂਜੀ। ਔਰ ਉਸ ਬਾਰ ਲੁਧਿਆਣੇ ਦੀ ਇੰਨੀ ਵੱਡੀ ਬਾਰ ਪੂਰੀ ਪੰਜਾਬ ਦੇ ਵਿੱਚ ਲੁਧਿਆਣਾ ਬਾਰ ਐਸੋਸੀਏਸ਼ਨ ਮੰਨੀ ਹੋਈ ਹੈ। ਮੈਨੂੰ ਉਸ ਬਾਰ ਤੋਂ ਮੈਂ ਮਤਲਬ ਲੱਕੀ ਹਾਂ, ਉਸ ਬਾਰ ਦੀ ਮੈਂਬਰ ਹਾਂ। ਮੈਨੂੰ ਬਾਰ ਨੇ ਅਵਾਰਡ ਵੀ ਕੀਤਾ, ਬਹੁਤ ਸਾਰੀ NGOs ਨੇ ਅਵਾਰਡ ਕੀਤਾ। ਅਮਰ ਸੱਤਿਆ ਫਾਊਂਡੇਸ਼ਨ, 24 ਨਿਊਜ਼ ਚੈਨਲਸ, ਡਿਪਟੀ ਕਮਿਸ਼ਨਰ ਸਾਹਿਬ ਜੀ ਨੇ। ਔਰ ਲਾਸਟ ਟਾਈਮ ਵੀ ਅਵਾਰਡ ਹੋਇਆ ਮੈਨੂੰ ਕਰੋਨਾ ਦੇ ਵਿੱਚ, ਕਾਫੀ ਸਾਰੇ ਮਾਸਕ ਬਣਾਉਣ ਕਰਕੇ ਵੀ ਅਵਾਰਡਸ ਮਿਲੇ ਹੈ। ਤੇ ਮੇਰੀ ਬਾਰ ਨੇ ਮੈਨੂੰ ਅਵਾਰਡ ਕੀਤਾ, ਉਹ ਮੇਰੇ ਲਈ ਬਹੁਤ ਵੱਡੀ ਗੱਲ ਹੈ। ਜਿੰਨੇ ਵੀ ਮੇਰੇ ਨਾਲ ਐਸੋਸੀਏਟ ਸੀ ਉਹਨਾਂ ਨੂੰ ਉਹ ਰਿਗਾਰਡ ਤਾਂ ਮਿਲਿਆ ਪ੍ਰੈਕਟਿਸ ਵਜੋਂ ਸੀਨੀਅਰਸ ਕੋਲੋਂ, ਲੇਕਿਨ ਮੈਨੂੰ ਉਹਨਾਂ ਨੂੰ ਉਹ ਰਿਗਾਰਡ ਨਹੀਂ ਮਿਲਿਆ ਜੋ ਮੈਨੂੰ ਮਿਲਿਆ। ਜੋ ਮੈਨੂੰ ਅਵਾਰਡ ਹੋਇਆ ਉਹ ਮੇਰੇ ਲਈ ਮੇਰੀ ਖੁਸ਼ਕਿਸਮਤੀ ਸੀ। ਅਗਰ ਮੈਨੂੰ ਉਹ ਰਿਗਾਰਡ ਔਰ ਉਹ ਰਿਸਪੈਕਟ ਮਿਲਦਾ ਜੋ ਮੇਰੇ ਐਸੋਸੀਏਟ ਨੂੰ ਮਿਲਿਆ ਤਾਂ ਸ਼ਾਇਦ ਅੱਜ ਮੈਂ ਸੈਲਫ ਪ੍ਰੈਕਟਿਸ 'ਤੇ ਕਾਮਯਾਬ ਨਾ ਹੁੰਦੀ। ਮੇਰੀ ਕਾਮਯਾਬੀ ਦਾ ਨਤੀਜਾ ਠੋਕਰਾਂ ਸੀ ਜਿਨ੍ਹਾਂ ਨੇ ਮੈਨੂੰ ਲਗਾਤਾਰ ਨਿਖਾਰਦੀ ਗਈਆਂ।
ਚਲੋ ਤੁਸੀਂ ਹੁਣੀ ਬਹੁਤ ਵੱਡੀ ਗੱਲ ਕੀਤੀ ਵੀ ਮੈਨੂੰ ਕੋਵਿਡ ਇਸ ਦੌਰਾਨ ਦੇ ਵਿੱਚ ਵੀ ਮੈਂ ਲੋਕਾਂ ਦੀ ਸੇਵਾ ਕੀਤੀ ਆ ਤੇ ਮਾਸਕ ਬਣਾਏ ਨੇ। ਕਿੱਦਾਂ ਤੁਸੀਂ ਉਹਦੀ ਸੇਵਾ ਕੀਤੀ, ਕਿੱਦਾਂ ਮਾਸਕ ਬਣਾਏ, ਦੱਸੋਗੇ ਕੁਝ? ਹਾਂਜੀ ਜ਼ਰੂਰ। ਟਾਈਮਸ ਆਫ ਹਿੰਦੁਸਤਾਨ ਟਾਈਮਸ ਵਿੱਚ ਆਰਟੀਕਲ ਲੱਗਾ ਸੀ ਤੇ ਮੈਂ ਕੌਣ ਆ ਸਰ ਕਰਨ ਵਾਲੀ, ਮੇਰੀ ਵਾਹਿਗੁਰੂ ਦੀ ਸ਼ਕਤੀ ਨੇ ਮੈਨੂੰ ਕਰਾਇਆ। ਮੈਂ ਪੈਰਾਂ ਨਾਲ ਮਸ਼ੀਨ ਚਲਾ ਲੈਂਦੀ ਹਾਂ, ਮੈਨੂੰ ਸਿਲਾਈ ਆਉਂਦੀ ਹੈ, ਮੈਂ ਬੁਟੀਕ ਵੀ ਚਲਾਈ ਹੈ। 15 ਸਾਲ ਬਾਅਦ ਮੈਂ ਲਾਅ ਦੀ ਸਟੱਡੀ ਕੀਤੀ ਸੀ। 15 ਸਾਲ BA ਕਰਨ ਤੋਂ ਬਾਅਦ ਮੈਂ ਆਪਣੀ ਬੁਟੀਕ ਚਲਾਉਂਦੀ ਰਹੀ ਹਾਂ। ਮੇਰੇ ਮੰਮੀ ਨੇ ਬਹੁਤ ਸਾਰੇ ਮੈਨੂੰ ਗੁਣਾਂ ਨਾਲ ਨਵਾਜਿਆ ਤੇ ਮੇਰੇ ਪਾਪਾ ਨੇ ਬਾਹਰ ਦੀਆਂ ਬੜੀ ਸਾਰੀ ਦੁਨੀਆ ਦੀ ਸ਼ਕਤੀ ਸਿਖਾਈ ਤੇ ਅੱਜ ਉਹ ਸ਼ਕਤੀ ਤੇ ਉਹ ਭਗਤੀ ਦੋਨੋਂ ਕੰਮ ਕਰ ਰਹੀ ਹੈ। ਉਹ ਝੂਲਾ ਜਿਹਨੂੰ ਤੁਸੀਂ ਅੱਜ ਦੇਖਣ ਆਏ ਤੇ ਬਹੁਤ ਸ਼ਕਤੀ ਤੇ ਭਗਤੀ ਕੰਮ ਕਰ ਰਹੀ ਹੈ ਔਰ ਮੈਂ ਬਹੁਤ ਚਾਹੁੰਦੀ ਹਾਂ ਅੱਗੇ ਤੱਕ, ਬਹੁਤ ਅੱਗੇ ਤੱਕ ਉੜਾਂ। ਮੇਰੀ ਇੱਛਾ ਵੇ ਆਸਮਾਨ ਨੂੰ ਛੂਹਣ ਦੀ, ਹਜੇ ਤਾਂ ਧਰਤੀ ਤੇ ਚੱਲਣਾ ਸ਼ੁਰੂ ਕੀਤਾ। ਵੈਰੀ ਗੁੱਡ, ਬਹੁਤ ਅੱਛਾ ਬਾਤ ਹੈ ਕਿਉਂਕਿ ਤੁਹਾਡੀ ਇਹ ਜਿਹੜੀ ਮਨੋਬਲ ਹੈ ਉਹਦੇ ਨਾਲ ਹੀ ਤੁਸੀਂ ਅੱਜ ਕਾਮਯਾਬ ਹੋਏ ਹੋ। ਮੈਨੂੰ ਲੱਗ ਰਿਹਾ ਵੀ ਜੇ ਵਾਕਈ ਅਸਮਾਨ ਨੂੰ ਛੂਹਣ ਦੀ ਸ਼ਕਤੀ ਹੈ ਕਿਉਂਕਿ ਕਲਪਨਾ ਚਾਵਲਾ ਵੀ ਜਿਹੜੇ ਸਾਡੇ ਸੀਗੇ ਉਹ ਅਸਮਾਨ ਤੋਂ ਵੀ ਉੱਪਰ ਅੱਜ ਪਹੁੰਚ ਚੁੱਕੇ ਨੇ। ਮਹਿਲਾਵਾਂ ਕਿਸੇ ਤੋਂ ਘੱਟ ਨਹੀਂ, ਲੇਕਿਨ ਜਿਹੜੇ ਤੁਹਾਡਾ ਦੁੱਖ ਦਰਦ ਹੈ ਜਿਹੜਾ ਤੁਹਾਨੂੰ ਕੁਦਰਤੀ ਮਿਲ ਗਿਆ ਉਹ ਬੜਾ ਦੁਖਦਾਈ ਹੈ। ਲੇਕਿਨ ਫਿਰ ਵੀ ਤੁਸੀਂ ਅੱਜ, ਅਸੀਂ ਸਾਰੇ ਦਰਸ਼ਕਾਂ ਨੂੰ ਵੀ ਕਹਿੰਦੇ ਵੀ ਤੁਸੀਂ ਬਹੁਤ ਆਪਣੀ ਹਿੰਮਤ ਕੀਤੀ ਹੈ। ਹਿੰਮਤ ਦੇ ਨਾਲ ਹੀ ਬੰਦਾ ਜਿਹੜਾ ਹੈ, ਜਦੋਂ ਹਿੰਮਤ ਨਹੀਂ ਹਾਰਦਾ ਤੇ ਆਟੋਮੈਟਿਕਲੀ ਫਿਰ ਆਦਮੀ ਅੱਗੇ ਚੱਲਦਾ। ਤੁਸੀਂ ਕਹਿੰਦੇ ਸੀ ਮੈਂ ਅੱਜ ਅਸੀਂ ਜਿਸ ਪਾਰਕ ਦੇ ਵਿੱਚ ਬੈਠੇ ਹਾਂ ਮੈਂ ਉਹਦੇ ਬਾਰੇ ਵੀ ਗੱਲ ਕਰਨਾ ਚਾਹਾਂਗਾ। ਬਹੁਤ ਅੱਛਾ ਪਾਰਕ ਹੈ, ਸਾਰੇ ਬੱਚੇ ਖੇਲ ਰਹੇ ਆ, ਹੋਰ ਵੀ ਸਾਰੇ ਖੇਲ ਰਹੇ ਆ ਤੇ ਇਹ ਹਰ ਇੱਕ ਨੂੰ ਰਾਈਟ ਮਿਲਿਆ ਹੋਇਆ ਬਰਾਬਰ ਦਾ ਜਿਹੜਾ ਸੰਵਿਧਾਨ ਨੇ ਸਾਨੂੰ ਦਿੱਤਾ ਹੈ। ਤੁਸੀਂ ਚਾਹੇ ਹੈਂਡੀਕੈਪਟ ਹੋ, ਤੁਹਾਨੂੰ ਵੀ ਰਾਈਟ ਹੈ ਦੌੜਨ ਕੁੱਦਣ ਦਾ, ਜਿੰਨਾ ਕਿ ਤੁਸੀਂ ਕਰ ਸਕਦੇ ਹੋ। ਹੁਣ ਇੱਥੇ ਬੱਚੇ ਝੂਲੇ ਵੀ ਝੂਲਦੇ ਨੇ, ਹੋਰ ਬਹੁਤ ਕੁਝ ਨਹੀਂ ਕਰਦੇ ਨੇ। ਤੁਹਾਡਾ ਵੀ ਮਨ ਕਰਦਾ ਹੋਵੇਗਾ ਝੂਲਾ ਝੂਲਣ ਨੂੰ। ਕੀ ਵਾਕਈ ਮਨ ਸੀਗਾ ਤੁਹਾਡਾ ਕੋਈ ਮੈਂ ਝੂਲਾ ਕਰਾਂ ਜੈਸੇ ਬੱਚੇ ਝੂਲਦੇ ਨੇ? ਸਰ ਮੈਂ ਤਾਂ ਝੂਲਾ ਝੂਲ ਲੈਂਦੀ ਹਾਂ, ਦੂਜਾ ਝੂਲਾ ਵੀ ਝੂਲ ਲੈਂਦੀ ਹਾਂ। ਇੱਥੇ ਇੱਕ ਘਟਨਾ ਦੱਸਣ ਵਾਲੀ ਹੈ। ਜਦੋਂ ਮੇਰੇ ਮੰਮੀ ਐਕਸਪਾਇਰ ਕਰ ਗਏ, ਚਲੇ ਗਏ, ਉਹਦੇ ਬਾਅਦ ਥੋੜ੍ਹਾ ਜਿਹਾ ਮੇਰਾ ਧਿਆਨ ਮਤਲਬ ਕਿ ਐਵੇਂ ਹੋ ਗਿਆ ਕਿ ਮੈਂ ਆਪਣੇ ਵਰਗੇ ਬੱਚਿਆਂ ਲਈ ਕੁਝ ਕਰਾਂ। ਮੈਂ ਅਨਮੈਰਿਡ ਹਾਂ, ਮੈਰਿਡ ਨਹੀਂ ਹਾਂ ਤੇ ਇੱਛਾਵਾਂ ਸਭ ਦੇ ਅੰਦਰ ਹੁੰਦੀਆਂ, ਨੋ ਡਾਊਟ। ਕਈ ਉਹਨਾਂ ਇੱਛਾਵਾਂ ਦੇ ਲਈ ਰਸਤੇ ਲੱਭ ਜਾਂਦੇ ਆ ਔਰ ਕਈ ਕਮਜ਼ੋਰ ਜਿਹੜੇ ਹੁੰਦੇ ਆ ਉਹ ਰੋ ਪਿੱਟ ਕੇ ਹੀ ਮਤਲਬ ਗੁਜ਼ਾਰਾ ਕਰ ਲੈਂਦੇ ਆ। ਤੇ ਮੈਂ ਇਹ ਸੋਚਦੀ ਹਾਂ ਜਿੰਨਾ ਕਿਸਮਤ ਦੇ ਭਰੋਸੇ ਰਹਿਣ ਵਾਲਿਆਂ ਨੂੰ ਓਨਾ ਹੀ ਨਸੀਬ ਹੁੰਦਾ ਜਿੰਨਾ ਮਿਹਨਤ ਕਰਨ ਵਾਲੇ ਛੱਡ ਦਿੰਦੇ ਆ ਔਰ ਮਿਹਨਤ ਕਰਨ ਵਾਲੇ ਓਨਾ ਪਾ ਲੈਂਦੇ ਆ ਜਿੰਨਾ ਉਹਨਾਂ ਦੀ ਕਿਸਮਤ ਵਿੱਚ ਨਹੀਂ ਲਿਖਿਆ ਹੁੰਦਾ। ਹਾਂ ਤੇ ਮੈਂ ਰਖਬਾਗ ਏਕਜੋਤ ਵਿਕਲਾਂਗ ਸਕੂਲ ਦੇ ਬੱਚਿਆਂ ਦੇ ਨਾਲ ਪਿਕਨਿਕ ਮਨਾਉਣ ਲਈ ਗਈ ਸੀ ਗਾਰਡਨ ਵਿੱਚ। ਉੱਥੇ ਕਾਫੀ ਝੂਲਾ ਵਗੈਰਾ ਅਸੀਂ ਝੂਲ ਰਹੇ ਸੀ। ਮਤਲਬ ਮੈਂ ਤਾਂ ਕਦੀ ਦਿਵਿਆਂਗ ਸਮਝਿਆ ਨਹੀਂ। ਮੇਰੇ ਮੰਮੀ ਪਾਪਾ ਨੇ ਬੜਾ ਮਜ਼ਬੂਤ ਮੈਨੂੰ ਬਣਾਇਆ, ਮੈਂ ਸਾਰਾ ਕੰਮ ਕਰ ਲੈਂਦੀ ਹਾਂ ਘਰ ਦਾ ਵੀ। ਉਹ ਝੂਲਾ ਜਦੋਂ ਮੈਂ ਉਹਨਾਂ ਨੂੰ ਕਿਹਾ ਵੀਲ ਚੇਅਰ ਤੋਂ ਤੁਹਾਨੂੰ ਉਠਾ ਕੇ ਇੱਥੇ ਬਿਠਾਈਏ ਤੇ ਤੁਸੀਂ ਝੂਲ ਲੋਗੇ, ਤੇ ਉਹਨਾਂ ਨੇ ਕਿਹਾ ਨਹੀਂ ਮੈਡਮ ਗਿਰ ਨਾ ਜਾਈਏ। ਮੇਰੇ ਮਨ 'ਚ ਵੀ ਡਰ ਲੱਗਾ ਕਿ ਚਾਹੇ ਮੈਂ ਜਿੰਨਾ ਮਰਜ਼ੀ ਉਹਨਾਂ ਨੂੰ ਪਿਆਰ ਕਰ ਰਹੀ ਹਾਂ, ਜੇ ਗਿਰ ਗਏ ਤਾਂ ਮੇਰੇ ਤੇ ਵੀ ਐਕਸ਼ਨ ਆ ਸਕਦਾ। ਤਾਂ ਮੇਰੇ ਮਨ ਦੇ ਵਿੱਚ ਤਾਂ ਸੀ ਉਹ ਝੂਲਾ ਝੂਲਣ, ਬਟ ਹਾਲਾਤ ਕਰਕੇ ਮੈਂ ਨਹੀਂ ਕਰ ਪਾਈ ਉਹ। ਤੇ ਉਸ ਦਿਨ ਮੇਰੇ ਮਨ 'ਚ ਆਇਆ ਕਿ ਜੇ ਵਾਹਿਗੁਰੂ ਨੇ ਇਨਸਾਨ ਬਣਾਇਆ ਤਾਂ ਇਹਦੇ ਲਈ ਝੂਲਾ ਵੀ ਬਣਾਇਆ ਹੋਏਗਾ, ਇਹ ਵੀ ਵੀਲ ਚੇਅਰ ਵਾਲੇ ਝੂਲ ਸਕਣ। ਤੇ WhatsApp ਤੇ ਫੋਟੋ ਸ਼ੇਅਰ ਹੁੰਦੀ ਆਈ, ਉਹ ਫੋਟੋ ਸੀਗੀ ਵੀਲ ਚੇਅਰ ਤੇ ਝੂਲੇ ਦੀ। ਉਹਨੂੰ ਦੇਖ ਕੇ ਮੈਨੂੰ ਲੱਗਾ ਕਿ ਇਹ ਫੋਟੋ ਮੇਰੇ ਤੱਕ ਤਾਂ ਪਹੁੰਚੀ, ਉਸ ਵਿਅਕਤੀ ਨੇ ਤਾਂ ਪਹੁੰਚਾਈ ਮੇਰੇ ਤੱਕ, ਜਿਹਨੇ ਵੀ ਪਹੁੰਚਾਈ ABCD ਨੇ, ਕਿ ਉਹਨਾਂ ਨੂੰ ਇੱਕ ਉਮੀਦ ਸੀ ਕਿ ਦੀਪਤੀ ਇਹ ਝੂਲਾ ਲਗਾਉਣ ਲਈ ਕੋਸ਼ਿਸ਼ ਕਰੇਗੀ, ਸਾਰਿਆਂ ਨੂੰ ਉਹਦਾ ਫਾਇਦਾ ਹੋਇਆ। ਹਾਂ ਜੇ ਮੈਂ ਨਹੀਂ ਵੀ ਕਰਦੀ ਤਾਂ ਕੁਝ ਨਹੀਂ ਹੁੰਦਾ, ਪਰ ਉਹਨਾਂ ਦਾ ਵਿਸ਼ਵਾਸ ਟੁੱਟ ਜਾਂਦਾ। ਤੇ ਜੇ ਕਿਸੇ ਨੂੰ ਉਮੀਦ ਔਰ ਵਿਸ਼ਵਾਸ ਹੈ ਤਾਂ ਕੋਸ਼ਿਸ਼ ਕਰੋ ਉਹਦੀ ਵਿਸ਼ਵਾਸ ਔਰ ਉਮੀਦ ਤੇ ਖੜੇ ਹੋਣ ਦੀ। ਉਸ ਝੂਲੇ ਨੂੰ ਲੈ ਕੇ ਮੈਂ ਪ੍ਰੋਜੈਕਟ ਸ਼ੁਰੂ ਕੀਤਾ। ਸਮਝ ਨਹੀਂ ਆਈ ਕਿਵੇਂ ਕਰਾਂ, ਪਰ ਸ਼ੁਰੂ ਕੀਤਾ। PWD ਰਾਈਟ ਪੜ੍ਹਿਆ, ਪਰਸਨ ਵਿਦ ਡਿਸੇਬਿਲਟੀ ਐਕਟ ਹੈ 2016, ਉਹਨੂੰ ਪੜ੍ਹਿਆ। ਉਹਦੇ ਅਕੋਰਡਿੰਗ ਮੈਂ 1-2 ਜ਼ੂਮ ਮੀਟਿੰਗਸ ਹੋ ਰਹੀਆਂ ਸੀ ਹੁਣੇ, ਕਿਉਂਕਿ ਲੋਕਡਾਊਨ ਚੱਲ ਰਿਹਾ ਸੀ ਤੇ ਆਪਾਂ ਵੈਬੀਨਾਰ ਅਟੈਂਡ ਕਰ ਰਹੀ ਸੀ ਮੈਂ ਵੀ। ਉਹਦੇ 'ਚ ਡਿਸਕਸ ਕੀਤਾ, ਕਰਦੇ ਕਰਦੇ ਮੈਨੂੰ ਰਾਸਤਾ ਮਿਲਿਆ। ਫਿਰ ਉਹਦੇ ਲਈ ਮੈਂ ਅੱਗੇ ਵਧੀ। ਫਿਰ ਮੈਂ ਇੱਕ ਫੋਟੋ ਲੈ ਕੇ ਝੂਲੇ ਦੀ ਡਿਪਟੀ ਕਮਿਸ਼ਨਰ ਸਾਹਿਬ ਨੂੰ ਮਿਲਣ ਗਈ। ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ DC ਸਾਹਿਬ ਆਪਣੇ ਲੁਧਿਆਣੇ ਦੇ ਬਹੁਤ 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 ਅੱਛੇ ਇਨਸਾਨ ਹੈ। ਜੇ ਇੱਦਾਂ ਦੇ ਅਫਸਰ ਹੋਣ ਨਾ ਤਾਂ ਮੈਂ ਕਹਿੰਦੀ ਹਾਂ ਹਰ ਸ਼ਹਿਰ, ਹਰ ਸਿਟੀ, ਹਰ ਸਟੇਟ ਵਿੱਚ ਇੱਦਾਂ ਦਾ ਝੂਲਾ ਹੋਏਗਾ। ਉਹਨਾਂ ਨੇ ਕਿਹਾ 110% ਝੂਲਾ ਤੁਹਾਡਾ ਲੱਗ ਜਾਏਗਾ, ਬਟ ਨਹੀਂ ਲੱਗਿਆ। ਆਫਟਰ 1 ਮੰਥ, 2 ਮੰਥ, 3 ਮੰਥ ਐਵੇਂ ਕਰਕੇ ਸਾਲ ਬੀਤ ਗਿਆ। ਫਿਰ ਕੁਝ ਪ੍ਰੋਜੈਕਟ ਅੱਗੇ ਚਲਾ ਗਿਆ। ਫਿਰ ਮੈਂ ਉਹਨਾਂ ਕੋਲ ਸ਼ਾਇਦ ਫਾਈਲ ਆਈ ਸੀ ਜਾਂ ਨਹੀਂ, ਮੈਨੂੰ ਨਹੀਂ ਪਤਾ, ਫਾਰਵਰਡ ਹੋ ਕੇ ਫਿਰ ਮੈਂ ਉਹਨਾਂ ਨੂੰ ਮਿਲੀ। ਉਹਨਾਂ ਨੇ ਕਿਹਨੂੰ ਕੀ ਕਿਹਾ ਮੈਨੂੰ ਨਹੀਂ ਪਤਾ, ਪਰ ਮਾਰਨਿੰਗ ਮੈਨੂੰ ਕਾਲ ਆਈ ਕਿ ਮੈਡਮ ਝੂਲਾ ਕਿਵੇਂ ਦਾ, ਸਾਨੂੰ ਇੱਕ ਪਿਕਸ ਭੇਜੀ ਜਾਏ, DC ਸਾਹਿਬ ਨੇ ਕਿਹਾ। ਫਿਰ ਮੈਂ ਇਹਦੀ ਫੋਟੋ ਭੇਜੀ।
और देखते देखते ਝੂਲਾ रेडी हो गया और कहा गया कि ਝੂਲਾ ਅਸੈਂਬਲ ਕਦੋਂ ਕਰਨ ਆਈਏ। ਮਤਲਬ ਅਗਰ ਤੁਸੀਂ ਕਰਨਾ ਚਾਹੁੰਦੇ ਹੋ, ਤੁਹਾਡੇ ਡਿਸੇਬਿਲਟੀ ਐਕਟ ਹੈ ਕਹਿੰਦੇ ਆ ਕਿ ਹਰ ਗਾਰਡਨ ਵਿੱਚ ਇੱਦਾਂ ਦਾ ਝੂਲਾ ਹੋਏ, ਕਿਉਂਕਿ ਤੁਹਾਡਾ ਵੀ ਰਾਈਟ ਹੈ। ਕਨਸਟੀਟਿਊਸ਼ਨ ਆਰਟੀਕਲ 14 ਵੀ ਕਹਿੰਦੀ ਹੈ। ਫਿਰ ਇਹ ਰੈਂਪ ਦੇਖ ਰਹੇ ਹੋ ਸਰ, ਇੱਧਰ ਦਿਖਾਓ ਰੈਂਪ, ਇਹ ਰੈਂਪ ਨਹੀਂ ਬਣਿਆ ਸੀ। ਫਿਰ ਉਹਦੇ ਬਾਅਦ ਗੇਟ ਲੌਕ ਸੀ, ਬੜੀਆਂ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਇਹ ਪਬਲਿਕ ਗੇਟ ਹੈ, ਲੌਕ ਨਹੀਂ ਰਹਿ ਸਕਦਾ, ਬਟ ਇਹ ਲੌਕ ਸੀ। ਫਿਰ ਇਹਨੂੰ ਖੁਲਵਾਇਆ, ਫਿਰ ਰੈਂਪ ਬਣਵਾਇਆ ਗਿਆ। ਇੱਦਾਂ ਹਾਂ, ਇੱਦਾਂ ਕਰਦੇ ਕਰਦੇ ਨਹੀਂ, ਇੱਥੇ ਦੇ ਕਾਉਂਸਲਰ ਸਾਹਿਬ ਨੇ ਵੀ ਸਪੋਰਟ ਕੀਤੀ ਹੈ। ਤੇ ਚਲੋ ਉਹਨਾਂ ਦੀ ਵੀ ਪ੍ਰੋਬਲਮ ਸੀਗੀਆਂ, ਥੋੜਾ ਟਾਈਮ ਲੱਗ ਗਿਆ। ਫਿਰ ਅੱਜ ਉਹ ਦਿਨ ਆਇਆ ਜਦੋਂ ਇਹ ਝੂਲਾ ਅਸੈਂਬਲ ਹੋ ਰਿਹਾ ਸੀ, ਤਾਂ ਮੇਰੀਆਂ ਅੱਖਾਂ 'ਚ ਛੋਟੀਆਂ ਛੋਟੀਆਂ ਬੂੰਦਾਂ ਸੀ। ਮੇਰੇ ਆਪਣੇ ਲਈ ਨਹੀਂ ਸੀ, ਮੈਨੂੰ ਇਹ ਲੱਗਾ ਸੁਪਨਾ ਪੂਰਾ ਹੋ ਗਿਆ। ਜਦੋਂ ਵੀਲ ਚੇਅਰ ਤੇ ਕੋਈ ਝੂਲਾ ਝੂਲੇਗਾ ਤੇ ਉਹ ਵੀ ਹੱਸ ਸਕੇਗਾ, ਉਹ ਵੀ ਇਸ ਸਾਲ ਸਾਵਨ ਦਾ ਮਜ਼ਾ ਲੈ ਸਕੇਗਾ। ਔਰ PWD ਪਰਸਨ ਵਿਦ ਡਿਸੇਬਿਲਟੀ, ਦਿਵਿਆਂਗ, ਆਪਾਂ ਕਹਿ ਰਹੇ ਹਾਂ ਜਿਹੜੇ ਦਿਵਿਆਂਗ ਔਰ ਅਪਾਹਿਜ, ਇੱਦਾਂ ਦੇ ਜਿਹੜੇ ਆਪਾਂ ਸ਼ਬਦ ਇਸਤੇਮਾਲ ਕਰਦੇ ਹਾਂ, ਬਾਈ ਲਾਅ ਤਾਂ ਗਲਤ ਹੈ, ਲੇਕਿਨ ਉਹਨਾਂ ਦਾ ਦੱਸਣਾ ਮੇਰੀ ਇੱਕ ਡਿਊਟੀ ਬਣਦੀ ਹੈ ਕਿ ਉਹਨਾਂ ਦੇ ਲਈ ਇਹ ਝੂਲਾ ਪੂਰੇ ਪੰਜਾਬ ਦੇ ਵਿੱਚ ਫਸਟ ਹੈ। ਫਸਟ ਝੂਲਾ ਹੁਣ ਪਤਾ ਨਹੀਂ ਕਿੰਨੀਆਂ ਸਿਟੀਜ਼ ਵਿੱਚ ਕਿੰਨੀਆਂ ਲੱਗੇਗਾ ਪੰਜਾਬ ਦੇ ਵਿੱਚ, ਆਈ ਡੋਂਟ ਨੋ, ਬਟ ਇਹ ਪਹਿਲਾ ਝੂਲਾ ਜਿਹੜਾ ਵੀਲ ਚੇਅਰ ਦੇ ਵਿੱਚ ਓਪਨਿੰਗ ਹੋ ਰਹੀ ਹੈ। ਔਰ ਇਸ ਝੂਲੇ ਨੂੰ ਝੂਲ ਕੇ ਵੀਲ ਚੇਅਰ ਵਾਲਾ ਖੁਸ਼ੀ ਆਨੰਦ ਮਾਣ ਸਕੇਗਾ। ਔਰ ਇੰਡੀਆ ਦਾ ਇਹ ਦੂਸਰਾ ਝੂਲਾ ਹੈ ਪੰਜਾਬ ਸਟੇਟ ਵਿੱਚ, ਲੁਧਿਆਣੇ ਦੇ ਵਿੱਚ। ਇਟਸ ਵੈਰੀ ਬਿਗ ਅਚੀਵਮੈਂਟ। ਤੁਸੀਂ ਇਹਦਾ ਮਤਲਬ ਤੁਸੀਂ ਸ਼ੁਰੂਆਤ ਇੱਕ ਕਰ ਦਿੱਤੀ ਹੈ। ਕੋਈ ਸ਼ੁਰੂਆਤ ਕਰਨੀ ਸਭ ਤੋਂ ਬਹੁਤ ਔਖੀ ਹੁੰਦੀ ਹੈ, ਸ਼ੁਰੂਆਤ ਕਰਤੀ ਹੈ। ਤੁਸੀਂ ਚਾਹੋਗੇ ਵੀ ਇਸੇ ਤਰੀਕੇ ਨਾਲ ਪੂਰੇ ਪੰਜਾਬ ਦੇ ਵੱਡੇ ਵੱਡੇ ਸ਼ਹਿਰਾਂ ਦੇ ਅੰਦਰ ਜਿੱਥੇ ਤੁਹਾਡੇ ਡਿਸੇਬਲ ਰਹਿੰਦੇ ਨੇ, ਜਾਂ ਜਿੱਥੇ ਉਹਨਾਂ ਦੇ ਕੈਂਪ ਹੈ, ਜਾਂ ਜਿੱਥੇ ਵੀ ਉਹ ਸਕੂਲਾਂ 'ਚ ਰਹਿੰਦੇ ਨੇ, ਉੱਥੇ ਵੀ ਚਾਹੇ ਲੱਗ ਸਕਣ, ਤਾਂ ਕਿ ਉਹ ਵੀ ਇਸ ਝੂਲੇ ਦਾ ਜਿਹੜਾ ਆਨੰਦ ਮਾਣ ਸਕਣ। ਸਰ ਮੇਰੇ ਚਾਹਣ ਨਾਲ ਕੀ ਹੋਣਾ ਹੈ, ਲੋਕ ਤਾਂ ਇਸ ਨੂੰ ਦੇਖਣ ਲਈ ਉਤਾਵਲੇ ਹੋਏ ਹੈ ਔਰ ਆਪਣੇ ਸਟੇਟ ਔਰ ਆਪਣੇ ਸਿਟੀ ਦੇ ਲਈ ਮਿਹਨਤ ਕਰਨ ਨੂੰ ਤਿਆਰ ਹੈ ਕਿ ਸਾਨੂੰ ਵੀ ਦੱਸਿਆ ਜਾਏ ਕਿੱਦਾਂ ਲੱਗਿਆ ਤੇ ਅਸੀਂ ਵੀ ਲਗਵਾਈਏ। ਜੇ ਝੂਲਾ ਬਣਿਆ ਤਾਂ ਅਸੀਂ ਵੀ ਲਗਾਈਏ ਔਰ ਮੈਂ ਉਹਨਾਂ ਨੂੰ ਫਾਰਵਰਡ ਵੀ ਕਰਾਂਗੀ। ਬਿਲਕੁਲ, ਮੈਂ ਆਪਣਾ ਕੈਮਰਾਮੈਨ ਤਸਵੀਰਾਂ ਜ਼ਰੂਰ ਪਹਿਲਾਂ ਦਿਖਾਣ ਕਿਸ ਤਰੀਕੇ ਦਾ ਝੂਲਾ ਹੈ। ਔਰ ਜਿਹੜਾ ਝੂਲਾ ਹੁਣੀ ਤਿਆਰ ਹੋਇਆ, ਇਹ ਜਿਸ ਤਰੀਕੇ ਨਾਲ ਦੀਪਤੀ ਨੇ ਦੱਸਿਆ ਵੀ ਇਹਦਾ ਉਦਘਾਟਨ ਵੀ ਲੁਧਿਆਣਾ ਦੇ DC ਵਰਿੰਦਰ ਸ਼ਰਮਾ ਜੀ ਆ ਕੇ ਕਰਨਗੇ। ਤੋ ਮੈਨੂੰ ਲੱਗਦਾ ਵੀ ਛੇਤੀ ਉਦਘਾਟਨ ਵੀ ਹੋ ਗਿਆ, ਕਿਉਂ ਅੱਜ ਹੀ ਹਲੇ ਝੂਲਾ ਇਹ ਲੱਗਿਆ ਗਿਆ। ਦੇਖਣਾ ਹੋਊਗਾ ਕਿ ਆਓ ਤੁਹਾਨੂੰ ਪਹਿਲਾਂ ਇੱਕ ਨਜ਼ਰ ਮਰਾ ਦਿੰਦੇ ਹਾਂ ਝੂਲੇ ਦੀ, ਫਿਰ ਗੱਲ ਕਰਾਂਗੇ ਦੀਪਤੀ ਨਾਲ ਵੀ। ਹਾਂ, ਤੁਸੀਂ ਦੇਖੋ, ਸਾਡੇ ਜਸਵਿੰਦਰ ਜੀ ਦਿਖਾ ਰਹੇ ਨੇ, ਦੇਖੋ ਇਹ ਝੂਲਾ ਲੱਗਿਆ, ਹੁਣੇ ਲਗਾ ਕੇ ਗਏ ਆ। ਇਹ DC ਸਾਹਿਬ ਦੀ ਕਹਿੰਦੇ ਮਿਹਨਤ ਹੈ। ਤੇ ਖਾਸ ਕਰਕੇ ਜਿਹੜੇ ਦਿਵਿਆਂਗ ਲੋਕ ਨੇ, ਉਹ ਇਸ ਝੂਲੇ ਦੇ ਵਿੱਚ ਆਪਣੇ ਆਪ ਵੀਲ ਚੇਅਰ ਲਗਾ ਕੇ ਉਤਰਨ ਦੀ ਜ਼ਰੂਰਤ ਨਹੀਂ ਉਹਨਾਂ ਨੂੰ। ਵੀਲ ਚੇਅਰ ਸਿੱਧੀ ਝੂਲੇ ਦੇ ਵਿੱਚ ਆ ਜਾਏਗੀ ਔਰ ਵੀਲ ਚੇਅਰ ਦੇ ਵਿੱਚ ਹੀ ਉਹ ਇਸ ਝੂਲੇ ਦਾ ਆਨੰਦ ਲੈਣਗੇ। ਜਿਸ ਤਰ੍ਹਾਂ ਦੀਪਤੀ ਨੇ ਦੱਸਿਆ ਵੀ ਸਾਵਨ ਦੇ ਝੂਲੇ ਜਿਹੜੇ ਕਿ ਬਹੁਤ ਮਸ਼ਹੂਰ ਹੈ, ਸਾਵਨ ਦੇ ਵਿੱਚ ਜੋ ਮੌਸਮ ਇੰਨਾ ਵਧੀਆ ਹੁੰਦਾ, ਹਰ ਬੰਦਾ ਆਨੰਦਮਈ ਮੌਸਮ ਚਾਹੁੰਦਾ। ਉਸ ਆਨੰਦਮਈ ਮੌਸਮ ਦੇ ਵਿੱਚ ਦਿਵਿਆਂਗ ਵੀ, ਹੈਂਡੀਕੈਪਟ ਵੀ ਇਸ ਝੂਲੇ ਦਾ ਆਨੰਦ ਮਾਣ ਸਕਣਗੇ। ਆਓ ਦਿਖਾਉਂਦੇ ਹਾਂ ਇਸ ਤਸਵੀਰਾਂ ਝੂਲੇ ਦੀਆਂ। ਦੀਪਤੀ ਜੀ ਆ ਰਹੇ ਨੇ, ਇਹਨਾਂ ਦਾ ਉਪਰਾਲਾ ਔਰ ਵਾਕਈ ਜੋ ਇਹਨਾਂ ਦਾ ਜਜ਼ਬਾ, ਉਹਨਾਂ ਜਜ਼ਬੇ ਨੂੰ ਅਸੀਂ ਸਲਾਮ ਕਰਦੇ ਹਾਂ ਕਿ ਇਹਨਾਂ ਨੇ ਆਪਣਾ ਜਿਹੜਾ ਇਸ ਏਰੀਏ ਦੇ ਵਿੱਚ ਇਹ ਝੂਲਾ ਦੇਖੋ ਬਣਾਇਆ। ਹੁਣ ਗੱਲ ਕਰਦੇ ਹਾਂ, ਇੱਥੇ ਮਹਿਲਾਵਾਂ ਨੇ ਜਿਹੜੇ ਪਾਰਕ ਦੇ ਵਿੱਚ ਆਪਣੇ ਸੈਰ ਕਰਨ ਆਏ ਨੇ, ਆਪਣਾ ਵਰਜਿਸ਼ ਕਰਨ ਆਏ ਨੇ, ਉਹਨਾਂ ਨੂੰ ਪੁੱਛਦੇ ਹਾਂ ਇੱਥੇ ਇੱਕ ਝੂਲਾ ਲੱਗਿਆ, ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ? ਕਿ ਤੁਸੀਂ ਦੇਖ ਰਹੇ ਸੀ ਸਾਰੇ ਅਜੀਬੋ-ਗਰੀਬ ਲੱਗ ਰਿਹਾ ਤੁਹਾਨੂੰ, ਕੋਈ ਖੋਲ੍ਹ ਰਿਹਾ ਸੀ, ਕੀ ਕਰ ਰਿਹਾ ਸੀ, ਅਸੀਂ ਰੋਕ ਰਹੇ ਸੀ, ਇਹ ਤੁਹਾਨੂੰ ਪਤਾ ਲੱਗਿਆ ਕਿਹੜਾ ਝੂਲਾ ਹੈ? ਹਾਂਜੀ ਸਰ, ਸਾਨੂੰ ਹੁਣੇ ਪਤਾ ਲੱਗਾ ਕਿ ਇਹ ਹੈਂਡੀਕੈਪ ਵਾਸਤੇ ਝੂਲਾ ਲੱਗੇ ਤੇ ਇਹ ਬਹੁਤ ਵਧੀਆ ਗੱਲ ਕੀਤੀ ਤੁਸੀਂ ਇਹਨਾਂ ਨੇ ਮੈਡਮ ਨੇ ਕਿ ਹੈਂਡੀਕੈਪ ਵਾਸਤੇ ਪਹਿਲੀ ਵਾਰ ਕੋਈ ਇੱਦਾਂ ਦੀ ਚੀਜ਼ ਬਣੀ ਹੈ ਤਾਂ ਕਿ ਉਹਨੂੰ ਵੀ ਬੰਦੇ ਚਾਹੁੰਦੇ ਆ ਕਿ ਵੀ ਅਸੀਂ ਇੰਜੋਏ ਕਰੀਏ ਇੱਥੇ। ਤੇ ਇਹ ਪਾਰਕ ਬਹੁਤ ਵਧੀਆ ਸਾਡਾ, ਇੱਥੇ ਵਾਕ ਲਈ ਬਹੁਤ ਵਧੀਆ ਬਣਿਆ ਹੈ, ਮਸ਼ੀਨਾਂ ਕਾਫੀ ਅੱਛੀ ਲੱਗੀਆਂ ਹੋਈਆਂ ਤੇ ਇਹਨਾਂ ਨੇ ਜਿਹੜਾ ਕੰਮ ਕੀਤਾ ਉਹ ਸਭ ਤੋਂ ਅਨੋਖਾ ਹੈ। ਬਟ ਇਹਦੇ ਅਸੀਂ ਕਦੇ ਸੁਣਿਆ ਨਹੀਂ ਸੀ ਵੀ ਹੈਂਡੀਕੈਪ ਵਾਸਤੇ ਵੀ ਕੋਈ ਝੂਲਾ ਲੱਗਿਆ, ਤੇ ਇਹਨਾਂ ਨੇ ਇਹ ਕੰਮ ਕਰਕੇ ਬਹੁਤ ਚੰਗਾ ਕੰਮ ਕੀਤਾ ਤਾਂ ਕਿ ਉਹ ਬੰਦੇ ਵੀ ਇੰਜੋਏ ਕਰ ਸਕਣ, ਉਹਨਾਂ ਨੂੰ ਵੀ ਲੱਗੇ ਵੀ ਸਾਡੇ ਲਈ ਵੀ ਕੁਝ ਪਾਰਕ ਲਈ ਹੈਗਾ। ਅੱਗੇ ਉਹ ਇੱਦਾਂ ਸੋਚਦੇ ਸੀ ਪਾਰਕ 'ਚ ਕੁਝ ਸਾਡੇ ਲਈ ਕੀ ਹੈ, ਅਸੀਂ ਨਹੀਂ ਆ ਸਕਦੇ, ਪਰ ਹੁਣ ਉਹਨਾਂ ਲਈ ਇੰਜੋਏ ਬਣੇਗਾ ਤੇ ਉਹ ਵੀ ਜ਼ਰੂਰ ਇੰਜੋਏ ਕਰ ਸਕਣਗੇ ਇੱਥੇ। ਤੇ ਇਹ ਗੱਲ ਲਈ ਮੈਂ ਇਹਨਾਂ ਦਾ ਬਹੁਤ ਬਹੁਤ ਮਤਲਬ ਸ਼ੁਕਰੀਆ ਕਰਦੀ ਹਾਂ ਤੇ ਸਲੂਟ ਕਰਦੀ ਹਾਂ ਇਹਨਾਂ ਨੂੰ, ਕਿੰਨੀ ਵਧੀਆ ਗੱਲ ਸੋਚੀ ਇਹਨਾਂ ਨੇ। ਤੁਸੀਂ ਦੇਖਿਆ, ਅਸੀਂ ਗੱਲ ਕੀਤੀ ਹੈ ਦੀਪਤੀ ਨਾਲ, ਕਿਸ ਤਰੀਕੇ ਦਾ ਇਹਨਾਂ ਦਾ ਜਜ਼ਬਾ ਸੀ, ਇਹਨਾਂ ਦੀ ਚਾਹਤ ਵੀ ਸੀ ਭਈ ਲੋਕ ਜਿਹੜੇ ਮੇਰੇ ਵਰਗੇ ਨੇ ਉਹ ਇਸ ਝੂਲੇ ਦਾ ਆਨੰਦ ਮਾਣ ਸਕਣ।
ਲੁਧਿਆਣਾ ਦੇ ਡੀਸੀ ਵਿੰਦਰ ਸ਼ਰਮਾ ਨੇ ਇਹਨਾਂ ਦੀ ਗੱਲ ਸੁਣੀ, ਇਹਨਾਂ ਦੇ ਜਜ਼ਬੇ ਨੂੰ ਸਲਾਮ ਕੀਤਾ ਤੇ ਉਹਨਾਂ ਨੇ ਅੱਜ ਇਹ ਜਿੱਤੀ ਜਾਗਤੀ ਉਦਾਹਰਨ ਸਾਹਮਣੇ ਖੜੀ ਕਰ ਦਿੱਤੀ ਹੈ ਕਿ ਪੰਜਾਬ 'ਚ ਪਹਿਲਾ ਝੂਲਾ ਇਸ ਲੁਧਿਆਣਾ ਦੇ ਅੰਦਰ ਕਦਵਈ ਨਗਰ ਜਿਹੜਾ ਪਾਰਕ ਹੈ ਉਹਦੇ ਅੰਦਰ ਜਿਹੜਾ ਹੈ ਸਥਾਪਿਤ ਕਰ ਦਿੱਤਾ ਗਿਆ ਔਰ ਇਹਨਾਂ ਦੇ ਮਨੋਰੰਜਨ ਲਈ, ਤਾਂ ਕਿ ਇਹਨਾਂ ਦੀ ਜਿਹੜੀ ਚਾਹਤ ਸੀ ਉਹ ਅੱਜ ਪੂਰੀ ਕੀਤੀ ਆ। ਹਾਲਾਂਕਿ ਇਹਦਾ ਜਿਹੜੀ ਓਪਨਿੰਗ ਹੈ ਉਹ ਹੋ ਸਕਦਾ 1-2 ਦਿਨਾਂ 'ਚ ਹੋਵੇ, ਕਿਉਂਕਿ ਹਲੇ ਸੀਮੈਂਟ ਲਗਾਇਆ ਗਿਆ, ਹਲੇ ਸੀਮੈਂਟ ਪੱਕ ਜਾਏਗਾ ਤੇ ਇਹ ਫਿਰ ਦੁਬਾਰਾ ਝੂਲਾ ਜਿਹੜਾ ਹੈ ਉਹ ਵਰਕਿੰਗ 'ਚ ਆ ਜਾਏਗਾ। ਤੇ ਅਸੀਂ ਵੀ ਕਹਿੰਦੇ ਆ ਜਿਸ ਤਰੀਕੇ ਨਾਲ ਆਪਾਂ ਕਹਿੰਦੇ ਆ ਵੀ ਖੁਦ ਹੀ ਕੋ ਕਰ बुलंद इतना कि खुदा बंदे से पूछे बता तेरी रज़ा क्या है। तो दीप्ति की यही रज़ा सी कि मैं अपने आप ਨੂੰ ਕਦੀ ਹੈਂਡੀਕੈਪਟ ਨਾ ਸਮਝਾ ਔਰ ਮੈਂ ਵਾਕਈ ਇਹ ਆਮ ਲੋਕਾਂ ਤੋਂ ਵੀ ਵੱਧ ਕੰਮ ਕਰਦੇ ਨੇ। ਇਹਨਾਂ ਨੇ ਦੱਸਿਆ ਵੀ ਆਪਾਂ ਵਕਾਲਤ ਵੀ ਕੀਤੀ ਹੈ, ਕੋਰਟ ਵੀ ਜਾਂਦੇ ਨੇ ਔਰ ਸੰਸਥਾ ਵੀ ਜਈ ਚਲਾਉਂਦੇ ਨੇ। ਕੋਵਿਡ ਅੰਦਰ ਵੀ ਇਹਨਾਂ ਨੇ ਕੰਮ ਕੀਤਾ। ਸਾਨੂੰ ਇਹਨਾਂ ਤੋਂ ਸਿੱਖਣਾ ਚਾਹੀਦਾ ਵੀ ਇੱਕ ਹੈਂਡੀਕੈਪਟ ਹੁੰਦੇ ਬਾਅਦ ਇੱਕ ਨਹੀਂ ਚੱਲ ਨਹੀਂ ਸਕਦੇ ਜਦੋਂ, ਤਾਂ ਵੀ ਇਹ ਇੰਨਾ ਕੰਮ ਕਰ ਰਹੇ ਨੇ, ਇੰਨਾ ਉਪਰਾਲਾ ਕਰ ਰਹੇ ਆ। ਅਸੀਂ ਵੀ ਇਹਨਾਂ ਨੂੰ ਆਪਣੇ ਚੈਨਲ ਔਰ ਆਪਣੇ ਵੱਲੋਂ ਇਹਨਾਂ ਦੇ ਜਜ਼ਬੇ ਨੂੰ ਸਲਾਮ ਕਰਦੇ ਹਾਂ, ਤਾਂ ਕਿ ਕੋਈ ਵੀ ਹੈਂਡੀਕੈਪਟ ਆਪਣੇ ਆਪ ਨੂੰ ਬੇਸਹਾਰਾ ਨਾ ਸਮਝੇ। ਉਹ ਕਹਿੰਦੇ ਜਦੋਂ ਮਿਹਨਤ ਕਰੋਗੇ ਤਾਂ ਮਿਹਨਤ ਦਾ ਫਲ ਜ਼ਰੂਰ ਮਿਲਦਾ ਹੈ ਔਰ ਵਾਕਈ ਇਹ ਬੇਸਹਾਰਾ ਹੋ ਕੇ ਵੀ ਲੋਕਾਂ ਦਾ ਸਹਾਰਾ ਬਣ ਰਹੇ ਨੇ। ਬਹੁਤ ਅੱਛੀ ਗੱਲ ਹੈ। ਤਾਂ ਮੈਂ ਦੀਪਤੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਤੁਸੀਂ ਆਪਣਾ ਇਸ ਕੀਮਤੀ ਟਾਈਮ ਕੱਢਿਆ ਔਰ ਅਸੀਂ ਇੱਦਾਂ ਹੀ ਤੁਹਾਨੂੰ ਪ੍ਰਮਾਤਮਾ ਤੋਂ ਦੁਆ ਵੀ ਕਰਦੇ ਹਾਂ। ਤੁਸੀਂ ਜੇ ਮਹਾਮਾਈ ਦੇ ਪਹਾੜ ਚੜ੍ਹ ਗਏ ਹੋ, ਵਾਹਿਗੁਰੂ ਜੀ ਦੇ ਪਰਿਕਰਮਾ ਕਰ ਗਏ ਹੋ, ਤੇ ਕੋਈ ਵੀ ਕੰਮ ਐਸ ਮੈਨੂੰ ਨਹੀਂ ਲੱਗਦਾ ਤੁਸੀਂ ਨਹੀਂ ਕਰ ਸਕਦੇ, ਤੁਸੀਂ ਸਾਰੇ ਕੰਮ ਕਰ ਸਕਦੇ ਹੋ। ਤੇ ਬਹੁਤ ਬਹੁਤ ਤੁਹਾਡਾ ਧੰਨਵਾਦ। ਸਰ ਮੈਂ ਤੁਹਾਡੇ ਚੈਨਲ ਦਾ ਵੀ ਥੈਂਕ ਯੂ ਕਰਨਾ ਚਾਹੁੰਦੀ ਹਾਂ, ਜਿਨ੍ਹਾਂ ਨੇ ਇਸ ਚੈਨਲ ਦੇ ਜ਼ਰੀਏ ਜਿਹੜਾ ਇਹ PWD ਦਾ ਝੂਲਾ ਹੈ, ਜਿੰਦੇ ਨੇ ਦੀਪਤੀ ਨੇ ਲਗਾਤਾਰ ਪ੍ਰੈਸ ਕੀਤੇ ਆ, ਉਹਨੂੰ ਤੁਸੀਂ ਪਬਲਿਕ ਤੇ ਲੈ ਕੇ ਆਓਗੇ। ਤੇ ਇੱਕ ਗਾਣਾ ਲਾਸਟ ਵਿੱਚ ਕਹਿਣਾ ਚਾਹੁੰਦੀ ਹਾਂ, ਤੁਮ ਬੇਸਹਾਰਾ ਹੋ ਤੋ ਕਿਆ ਹੁਆ किसी का सहारा बनो। ਉਹ ਗਾਣਾ ਜ਼ਰੂਰ ਸੁਣੋ ਜਿਨ੍ਹਾਂ ਦਾ ਮਨ ਥੋੜਾ ਕਮਜ਼ੋਰ ਹੈ। ਤੇ ਸਲੂਟ ਟੂ ਯੂ ਸਰ। ਥੈਂਕ ਯੂ। ਸਲੂਟ ਥੈਂਕ ਯੂ ਦੀਪਤੀ। ਓਕੇ।